ਸਤਿ ਸ਼੍ਰੀ ਅਕਾਲ। ਮੇਰਾ ਨਾਮ ਧੀਰਜ ਸ਼ਰਮਾ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ। ਸਾਡਾ ਅੱਜ ਦਾ ਜਿਹੜਾ ਟੌਪਿਕ ਹੈ, ਜਿਹੜਾ ਅਸੀਂ ਅੱਜ ਪੜ੍ਹਨਾ ਹੈ, ਉਹ 6ਵੀਂ ਕਲਾਸ ਦੇ ਨਾਲ ਸਾਇੰਸ ਵਿਸ਼ੇ ਨਾਲ ਸੰਬੰਧਿਤ ਪਹਿਲਾ ਚੈਪਟਰ ਫੂਡ, ਵੇਅਰ ਡਜ਼ ਇਟ ਕਮ ਫਰੋਮ, ਭੋਜਨ ਅਤੇ ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ। ਅੱਜ ਅਸੀਂ ਇਸ ਚੈਪਟਰ ਦੇ ਬਾਰੇ ਪੜ੍ਹਾਂਗੇ, ਇਹਦੇ ਬਾਰੇ ਵਿਚਾਰ ਕਰਾਂਗੇ, ਚਰਚਾ ਕਰਾਂਗੇ। ਅੱਛਾ ਬੱਚਿਓ, ਸਭ ਤੋਂ ਪਹਿਲਾਂ ਜਿਹੜਾ ਭੋਜਨ ਆ, ਅਸੀਂ ਉਹਦੀ ਮਹੱਤਵਤਾ ਜਾਣਦੇ ਹਾਂ। ਸਾਨੂੰ ਪਤਾ ਹੈ ਕਿ ਜਿਹੜਾ ਭੋਜਨ ਹੈਗਾ ਆ, ਉਹ ਸਾਡੇ ਸਰੀਰਕ, ਮਾਨਸਿਕ ਮਤਲਬ ਫਿਜ਼ੀਕਲੀ ਅਤੇ ਮੈਂਟਲੀ ਸਾਡੀ ਗਰੋਥ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਾਨੂੰ ਇਹ ਸਟਰੋਂਗ ਦੇ ਨਾਲ ਨਾਲ ਸਾਡੇ ਸਰੀਰ ਨੂੰ ਬਿਲਡਅਪ ਵੀ ਕਰਦਾ ਹੈ। ਇਸ ਕਰਕੇ ਭੋਜਨ ਇੱਕ ਬੈਲੈਂਸ ਡਾਈਟ ਵੀ ਤੁਸੀਂ ਪੜ੍ਹ ਚੁੱਕੇ ਹੋ, ਤਾਂ ਉਹ ਬੈਲੈਂਸ ਡਾਈਟ ਜਾਂ ਫਿਰ ਇੱਕ ਪ੍ਰੋਪਰ ਭੋਜਨ ਦੀ ਲੜੀ ਦੇ ਵਿੱਚ ਅਸੀਂ ਅੱਜ ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ। ਹੁਣ ਜਿਹੜਾ ਅਸੀਂ ਭੋਜਨ ਖਾਂਦੇ ਹਾਂ, ਕੀ ਉਹ ਭੋਜਨ ਅਸੀਂ ਹਰ ਰੋਜ਼ ਇੱਕ ਹੀ ਤਰ੍ਹਾਂ ਦਾ ਭੋਜਨ ਖਾਂਦੇ ਹਾਂ? ਨਹੀਂ, ਤੁਹਾਨੂੰ ਵੀ ਪਤਾ ਆ ਕਿ ਅਸੀਂ ਹਰ ਰੋਜ਼ ਕੁਛ ਨਾ ਕੁਛ ਨया ਬਣਾ ਕੇ ਖਾਂਦੇ। ਇੱਥੇ ਤੁਸੀਂ ਪਿਕਚਰ ਦੇਖ ਸਕਦੇ ਹੋ, ਦੇਖੋ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਨੇ, ਫਲ ਫਰੂਟਸ ਨੇ, ਬਹੁਤ ਕੁਛ ਪਿਆ ਹੋਇਆ ਹੈ। ਤਾਂ ਅਸੀਂ ਜਿਹੜਾ ਆਪਣੇ ਫੂਡ ਆ, ਜਿਹੜਾ ਸਾਡਾ ਭੋਜਨ ਆ, ਉਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਹੈ, ਮਤਲਬ ਵਿਭਿੰਨਤਾਵਾਂ ਆ। ਇਸ ਕਰਕੇ ਸਾਡਾ ਜਿਹੜਾ ਫੂਡ ਆ, ਹੁਣ ਆਪਾਂ ਉਹਦੇ ਬਾਰੇ ਚਰਚਾ ਕਰਨੀ ਹੈ ਕਿ ਅਸੀਂ ਕਿਹੋ ਜਿਹਾ ਫੂਡ ਖਾਂਦੇ। ਵਟ ਟਾਈਪ ਆਫ ਫੂਡ ਵੀ ਈਟ। ਤੁਸੀਂ ਦੇਖ ਸਕਦੇ ਹੋ ਜਾਂ ਤੁਸੀਂ ਸੋਚੋ ਕਿ ਅਸੀਂ ਕੱਲ੍ਹ ਕੀ ਖਾਧਾ ਸੀ, ਅਸੀਂ ਪਰਸੋਂ ਕੀ ਖਾਧਾ ਸੀ ਅਤੇ ਅੱਜ ਅਸੀਂ ਕੀ ਖਾਣ ਲੱਗੇ ਹਾਂ। ਸ਼ਾਇਦ ਉਹਦੇ ਵਿੱਚ ਸਿਮਿਲੈਰਿਟੀ ਨਾ ਹੋਵੇ, ਸੇਮ ਨਾ ਹੋਵੇ। ਅਸੀਂ ਰੋਟੀ, ਸਬਜ਼ੀ, ਫਲ, ਦੁੱਧ, ਅੰਡੇ, ਮਾਂਸ, ਦਾਲਾਂ, ਮੱਛੀਆਂ, ਮਸ਼ਰੂਮ, ਬ੍ਰੈਡ, ਸਾਰਾ ਕੁਛ ਅਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਸਾਡੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤਵ ਮਿਲ ਸਕਣ। ਇਹ ਪੋਸ਼ਕ ਤੱਤਵ ਸਾਡੇ ਸਰੀਰ ਦੀ ਗਰੋਥ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ। ਦੂਜੇ ਪਾਸੇ ਅਸੀਂ ਹੁਣ ਇਹ ਦੇਖਾਂਗੇ ਕਿ ਇਹ ਜਿਹੜੇ ਭੋਜਨ ਅਸੀਂ ਖਾਂਦੇ ਹਾਂ, ਜਿੱਦਾਂ ਰੋਟੀ ਹੋ ਗਈ, ਸਬਜ਼ੀ ਹੋ ਗਈ, ਇਹ ਸਾਰੇ ਜਿਹੜੇ ਅਸੀਂ ਘਰ ਬਣਾ ਕੇ ਭੋਜਨ ਖਾਂਦੇ ਹਾਂ, ਇਹ ਭੋਜਨ ਦੇ ਲਈ ਅਸੀਂ ਕੱਚੀ ਸਮੱਗਰੀ ਜਿਹੜੀ ਹੈਗੀ ਆ, ਉਹ ਕਿੱਥੋਂ ਪ੍ਰਾਪਤ ਕਰਦੇ ਹਾਂ। ਤਾਂ ਪਹਿਲਾਂ ਤਾਂ ਅਸੀਂ ਕੱਚੀ ਸਮੱਗਰੀ ਦੇ ਬਾਰੇ ਹੁਣ ਸਮਝਾਂਗੇ। ਕੱਚੀ ਸਮੱਗਰੀ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਸਕਦੇ ਹਾਂ ਇਨਗਰੀਡੀਐਂਟਸ ਜਿਹੜੇ ਕਿ ਅਸੀਂ ਭੋਜਨ ਨੂੰ ਬਣਾਉਣ ਦੇ ਲਈ ਜਿਹੜੀ ਕੱਚੀ ਸਮੱਗਰੀ ਦੀ ਸਾਨੂੰ ਲੋੜ ਹੈ, ਉਹਦੇ ਬਾਰੇ ਹੁਣ ਅਸੀਂ ਗੱਲ ਕਰਨੀ ਹੈਗੀ ਆ। ਇਹਦੇ ਵਿੱਚ ਮੈਂ 3 ਉਦਾਹਰਨਾਂ ਦਿੱਤੀਆਂ ਨੇ। ਉਬਲੇ ਹੋਏ ਚਾਵਲ ਸਭ ਤੋਂ ਪਹਿਲਾਂ, ਫਿਰ ਖੀਰ, ਫਿਰ ਮਿਕਸ ਵੈਜੀਟੇਬਲ। ਸਭ ਤੋਂ ਪਹਿਲਾਂ ਉਦਾਹਰਣ ਅਸੀਂ ਦੇਖਦੇ ਹਾਂ ਉਬਲੇ ਹੋਏ ਚਾਵਲਾਂ ਦੀ। ਉਬਲੇ ਹੋਏ ਚਾਵਲ ਨੂੰ ਬਣਾਉਣ ਦੇ ਲਈ ਸਾਨੂੰ ਪਤਾ ਹੈ ਕਿ ਸਾਨੂੰ 2 ਚੀਜ਼ਾਂ ਐਜ਼ ਅ ਕੱਚੀ ਸਮੱਗਰੀ ਜਾਂ ਫਿਰ ਐਜ਼ ਅ ਇਨਗਰੀਡੀਐਂਟ ਚਾਹੀਦੀਆਂ ਨੇ। ਇੱਕ ਹੈਗਾ ਚਾਵਲ ਅਤੇ ਦੂਜਾ ਹੈਗਾ ਪਾਣੀ। ਇਹਨੂੰ ਫਿਰ ਅਸੀਂ ਕੁੱਕਰ ਦੇ ਵਿੱਚ ਸੀਟੀ ਦਵਾਉਂਦੇ ਹਾਂ ਅਤੇ ਚਾਵਲ ਜਿਹੜੇ ਆ ਸਾਡੇ ਉਬਲ ਜਾਂਦੇ ਆ ਅਤੇ ਖਾਣ ਲਈ ਅਸੀਂ ਤਿਆਰ ਕਰ ਲੈਂਦੇ ਹਾਂ। ਦੂਜੇ ਪਾਸੇ ਜਿਹੜੀ ਖੀਰ ਹੈ, ਖੀਰ ਨੂੰ ਬਣਾਉਣ ਦੇ ਲਈ ਅਸੀਂ ਉਬਲੇ ਹੋਏ ਚਾਵਲ, ਦੁੱਧ, ਚੀਨੀ ਦੇ ਨਾਲ ਨਾਲ ਡਰਾਈ ਫਰੂਟਸ ਵੀ ਪਾਉਂਦੇ ਹੈਗੇ। ਡਰਾਈ ਫਰੂਟਸ ਦੇ ਵਿੱਚ ਅਸੀਂ ਜਿੱਦਾਂ ਬਦਾਮ ਹੋ ਗਏ, ਕਾਜੂ ਹੋ ਗਏ, ਇਹ ਸਾਰਾ ਕੁਛ ਪਾਉਂਦੇ ਹਾਂ। ਫਿਰ ਜਾ ਕੇ ਸਾਡੀ ਜਿਹੜੀ ਖੀਰ ਆ ਉਹ ਬਣਦੀ ਆ। ਤਾਂ ਇਹਦਾ ਮਤਲਬ ਕੱਚੀ ਸਮੱਗਰੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਡਾ ਭੋਜਨ ਬਣਾਉਣ ਦੇ ਲਈ। ਤੀਜੇ ਪਾਸੇ ਮਿਕਸ ਵੈਜੀਟੇਬਲਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਬਜ਼ੀ ਬਣਾਉਣ ਦੇ ਲਈ ਸਾਨੂੰ ਤੇਲ ਦੀ ਜ਼ਰੂਰਤ ਹੁੰਦੀ ਆ, ਹਲਦੀ ਦੀ ਜ਼ਰੂਰਤ ਹੁੰਦੀ ਆ, ਨਮਕ ਹੈਗਾ, ਮਸਾਲੇ ਚਾਹੀਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਚਾਹੀਦੀਆਂ ਨੇ, ਜੋ ਇਹਨਾਂ ਦੀ ਮਦਦ ਦੇ ਨਾਲ ਹੀ ਸਾਡਾ ਜਿਹੜਾ ਕੱਚੀ ਸਮੱਗਰੀ ਤੋਂ ਜਿਹੜਾ ਭੋਜਨ ਆ ਉਹ ਬਣ ਸਕਦਾ ਆ। ਹੁਣ ਸਾਡੇ ਦਿਮਾਗ ਦੇ ਵਿੱਚ ਇਹ ਕੁਐਸਚਨ ਆ ਸਕਦਾ ਆ ਕਿ ਭੋਜਨ ਬਣਿਆ ਤਾਂ ਕੱਚੀ ਸਮੱਗਰੀ ਤੋਂ ਆ, ਹੁਣ ਇਹ ਕੱਚੀ ਸਮੱਗਰੀ ਸਾਨੂੰ ਕਿੱਥੋਂ ਮਿਲਦੀ ਹੈ? ਮਤਲਬ ਆ ਜਿਹੜੇ ਇਨਗਰੀਡੀਐਂਟਸ ਆ, ਜਿਹੜੇ ਆ ਮਸਾਲੇ ਆ, ਤੇਲ ਆ, ਹਲਦੀ ਆ, ਨਮਕ ਆ, ਦੁੱਧ ਆ, ਚੀਨੀ ਆ, ਚਾਵਲ ਆ, ਪਾਣੀ, ਇਹ ਸਾਨੂੰ ਕਿੱਥੋਂ ਮਿਲਦੇ ਆ? ਬਦਾਮ, ਕਾਜੂ, ਇਹ ਸਭ ਅਸੀਂ ਕਿੱਥੋਂ ਪ੍ਰਾਪਤ ਕਰਦੇ ਹਾਂ? ਤਾਂ
ਇਹ ਅਸੀਂ ਮੁੱਖ ਦੋ ਸਰੋਤਾਂ ਤੋਂ ਪ੍ਰਾਪਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਵਿੱਚ ਵੀ, ਫੂਡ ਮਟੀਰੀਅਲ ਐਂਡ ਦੇਅਰ ਸੋਰਸਿਸ, ਮਤਲਬ ਭੋਜਨ ਨੂੰ ਅਸੀਂ ਪ੍ਰਾਪਤ ਜਿਹੜਾ ਆ ਉਹ ਦੋ ਮਾਧਿਅਮ ਰਾਹੀਂ ਕਰ ਸਕਦੇ ਹਾਂ। ਇੱਕ ਹੈਗੇ ਨੇ ਪੌਦੇ ਤੇ ਦੂਜੇ ਹੈਗੇ ਨੇ ਜਾਨਵਰ। ਪੌਦਿਆਂ ਦੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਪੌਦਿਆਂ ਤੋਂ ਅਸੀਂ ਜਿਹੜਾ ਤੁਸੀਂ ਆ ਉਦਾਹਰਨ ਦੇਖੀ ਆ, ਮਸਾਲੇ ਸਾਨੂੰ ਪੌਦਿਆਂ ਤੋਂ ਮਿਲ ਜਾਂਦੇ ਆ, ਹਲਦੀ ਸਾਨੂੰ ਪੌਦਿਆਂ ਤੋਂ ਮਿਲ ਜਾਂਦੀ ਆ, ਤੇਲ, ਸਰੋਂ ਦਾ ਤੇਲ, ਸਰੋਂ ਤੁਹਾਨੂੰ ਪਤਾ ਪੌਦੇ ਹੈਗੇ, ਤਾਂ ਇਹ ਅਸੀਂ ਪੌਦਿਆਂ ਤੋਂ ਲੈ ਲੈਣਾ ਹੈਗਾ। ਡਰਾਈ ਫਰੂਟਸ ਵੀ ਇੱਥੇ ਉਦਾਹਰਨ ਦਿੱਤੀ ਹੋਈ, ਡਰਾਈ ਫਰੂਟਸ ਦੇ ਵਿੱਚ ਮਤਲਬ ਬਦਾਮ ਹੋ ਗਿਆ, ਕਾਜੂ ਹੋ ਗਿਆ, ਉਹ ਵੀ ਸਾਰਾ ਅਸੀਂ ਜਿਹੜਾ ਆ ਪੌਦਿਆਂ ਤੋਂ ਲਈਦਾ। ਇਸ ਤੋਂ ਇਲਾਵਾ ਪੌਦਿਆਂ ਦੇ ਵਿੱਚ ਅਸੀਂ ਦੇਖੋ, ਤੁਸੀਂ ਇੱਥੇ ਲਿਖਿਆ ਹੋਇਆ ਹਰੀਆਂ ਸਬਜ਼ੀਆਂ, ਫਰੂਟਸ, ਟੋਮੈਟੋ, ਪੋਟੈਟੋ, ਕਣਕ, ਮੱਕੀ, ਸਾਰੀਆਂ ਫਲ ਫਰੂਟਸ ਆ ਜਾਣੇ ਇਹਦੇ ਵਿੱਚ ਬਥੇਰੇ ਅਲੱਗ-ਅਲੱਗ ਤਰ੍ਹਾਂ ਦੇ, ਇਹ ਸਭ ਅਸੀਂ ਪੌਦਿਆਂ ਤੋਂ ਪ੍ਰਾਪਤ ਕਰਦੇ ਹਾਂ। ਕੱਚੀ ਸਮੱਗਰੀ ਉਹਨਾਂ ਤੋਂ ਲੈ ਲਈਦੀ ਆ, ਉਹਨਾਂ ਨੂੰ ਫਿਰ ਅਸੀਂ ਕੁੱਕ ਕਰਦੇ ਹਾਂ, ਬਣਾਉਂਦੇ ਹਾਂ ਉਹਨਾਂ ਦਾ, ਫਿਰ ਅਸੀਂ ਭੋਜਨ ਖਾਂਦੇ ਹੈਗੇ। ਦੂਜੇ ਪਾਸੇ ਅਸੀਂ ਇਕੱਲਾ ਪੌਦਿਆਂ 'ਤੇ ਹੀ ਨਹੀਂ ਆਪਣੇ ਭੋਜਨ ਲਈ ਨਿਰਭਰ, ਅਸੀਂ ਜਾਨਵਰਾਂ ਦੇ ਉੱਤੇ ਵੀ ਆਪਣੇ ਭੋਜਨ ਦੇ ਲਈ ਨਿਰਭਰ ਹਾਂ। ਇੱਧਰ ਤੁਸੀਂ ਅਗਰ ਦੇਖੋਗੇ ਤਾਂ ਦੁੱਧ, ਅੰਡਾ, ਮੀਟ, ਮੱਛੀ, ਮਾਂਸ, ਇਹ ਸਾਰਾ ਕੁਝ ਪਿਆ ਹੋਇਆ, ਸ਼ਹਿਦ ਵੀ ਹੈਗਾ ਆ, ਜਿਹਦੇ ਕਰਕੇ ਸਾਨੂੰ ਮਤਲਬ ਸਾਡਾ ਜਿਹੜਾ ਭੋਜਨ ਆ ਉਹ ਜਾਨਵਰਾਂ ਤੋਂ ਵੀ ਸਾਨੂੰ ਜਿਹੜਾ ਵਾ ਪ੍ਰਾਪਤ ਹੁੰਦਾ ਆ। ਦੁੱਧ ਦੇ ਨਾਲ ਨਾਲ ਦੁੱਧ ਤੋਂ ਬਣੇ ਹੋਏ ਕਈ ਦੁੱਧ ਦੇ ਪ੍ਰੋਡਕਟਸ, ਜਿੱਦਾਂ ਦੁੱਧ ਦੇ ਉਤਪਾਦ, ਜਿਵੇਂ ਕਿ ਸਾਡੇ ਕੋਲ ਦੁੱਧ ਹੋ ਗਿਆ, ਦਹੀਂ, ਲੱਸੀ, ਕਰੀਮ, ਮੱਖਣ, ਘਿਓ ਆਦਿ ਵੀ ਸਾਨੂੰ ਜਿਹੜੇ ਆ ਉਹ ਜਾਨਵਰਾਂ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪ੍ਰਾਪਤ ਹੁੰਦੇ ਹਨ। ਹੁਣ ਬੇਸਿਕਲੀ ਸਾਡੇ ਕਹਿਣ ਦਾ ਭਾਵ ਕੀ ਹੈ ਕਿ ਸਾਨੂੰ ਜਿਹੜੀ ਸਾਡਾ ਜਿਹੜਾ ਭੋਜਨ ਆ ਉਹਦੀ ਜਿਹੜੀ ਕੱਚੀ ਸਮੱਗਰੀ ਆ ਉਹ ਸਾਨੂੰ ਇਹਨਾਂ ਦੋ ਸਰੋਤਾਂ ਤੋਂ ਹੀ, ਮੁੱਖ ਦੋ ਸਰੋਤਾਂ ਤੋਂ ਹੀ ਪ੍ਰਾਪਤ ਹੁੰਦੀ ਆ। ਇੱਕ ਹੈਗੇ ਨੇ ਪੌਦੇ ਤੇ ਦੂਜੇ ਹੈਗੇ ਨੇ ਜਾਨਵਰ। ਹੁਣ ਦਿਮਾਗ 'ਚ ਪ੍ਰਸ਼ਨ ਇਹ ਉੱਠਦਾ ਆ ਕਿ ਹੁਣ ਅਸੀਂ ਕਹਿ ਤਾਂ ਦਿੱਤਾ ਕਿ ਪੌਦੇ ਜਿਹੜੇ ਹੈਗੇ ਆ ਅਸੀਂ ਉਹਨੂੰ ਖਾ ਸਕਦੇ ਹਾਂ, ਕਿ ਸਾਰੇ ਪੌਦਿਆਂ ਨੂੰ ਅਸੀਂ ਖਾ ਸਕਦੇ ਹਾਂ? ਨਹੀਂ ਬੱਚਿਓ, ਅਸੀਂ ਸਾਰੇ ਪੌਦਿਆਂ ਨੂੰ ਨਹੀਂ ਖਾ ਸਕਦੇ, ਕਿਉਂਕਿ ਕੁਝ ਪੌਦੇ ਜ਼ਹਿਰੀਲੇ ਵੀ ਹੁੰਦੇ ਨੇ। ਤਾਂ ਇਹਦੇ ਲਈ ਸਾਨੂੰ ਥੋੜ੍ਹਾ ਜਿਹਾ ਗਿਆਨ ਹੋਣਾ ਚਾਹੀਦਾ ਕਿ ਕਿਹੜੇ ਪੌਦੇ ਨੂੰ ਅਸੀਂ ਖਾ ਸਕਦੇ ਹਾਂ ਅਤੇ ਕਿਹੜੇ ਪੌਦਿਆਂ ਨੂੰ ਅਸੀਂ ਨਹੀਂ ਖਾ ਸਕਦੇ। ਦੂਸਰੀ ਗੱਲ, ਕੀ ਪੌਦੇ ਦੇ ਸਾਰੇ ਭਾਗ ਖਾਣ ਵਾਲੇ ਹੁੰਦੇ ਆ? ਇਹਦੇ ਬਾਰੇ ਵੀ ਹੁਣ ਅਸੀਂ ਚਰਚਾ ਕਰਨੀ ਆ। ਉਸ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਪੌਦੇ ਦੇ ਭਾਗ ਕਿਹੜੇ ਆ। ਪਹਿਲਾਂ ਅਸੀਂ ਉਹਦੇ ਭਾਗ ਦੇਖਾਂਗੇ, ਫਿਰ ਭਾਗ ਤੋਂ ਬਾਅਦ ਇਹ ਦੇਖਾਂਗੇ ਕਿ ਪੌਦੇ ਦੇ ਕਿਹੜੇ ਭਾਗ ਨੂੰ ਅਸੀਂ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰ ਸਕਦੇ ਆ। ਹਾਂ, ਹੁਣ ਆ ਗਏ ਪੌਦੇ ਦੇ ਭਾਗ, ਪਾਰਟਸ ਆਫ ਪਲਾਂਟ। ਦੇਖੋ, ਪੌਦੇ ਦੇ 5 ਭਾਗ ਨੇ। ਅਗਰ ਤੁਸੀਂ ਧਿਆਨ ਨਾਲ ਦੇਖੋ, ਪੌਦੇ ਦੇ 5 ਭਾਗ ਨੇ। ਫੁੱਲ, ਕਲੀ, ਪੱਤੀ, ਤਣਾ ਤੇ ਜੜ੍ਹਾਂ, ਰੂਟਸ, ਸਟੈਮ, ਲੀਫ, ਬਰਡ ਤੇ ਫਲਾਰ। ਇੱਥੇ ਤੁਸੀਂ ਇੰਗਲਿਸ਼ ਅਤੇ ਪੰਜਾਬੀ ਦੋਵੇਂ ਮਾਧਿਅਮ ਦੇ ਵਿੱਚ ਡਾਇਗਰਾਮ ਨੂੰ ਦੇਖ ਸਕਦੇ ਹੋ। ਫੁੱਲ ਤੁਸੀਂ ਸਭ ਬੱਚਿਆਂ ਨੇ ਦੇਖਿਆ ਹੀ ਹੋਣਾ। ਤਣਾ ਜਿਹੜਾ ਫੁੱਲ ਨੂੰ ਵਿੱਚੋਂ ਜੋੜਦਾ ਪਿਆ ਜੜ੍ਹਾਂ ਦੇ ਨਾਲ, ਜੜ੍ਹਾਂ ਜੋ ਕਿ ਸਭ ਤੋਂ ਥੱਲੇ ਹਨ, ਪੱਤੀਆਂ ਹਰੇ ਰੰਗ ਦੀਆਂ ਜੋ ਕਿ ਖਿਲਰੀਆਂ ਹੋਈਆਂ ਆਲੇ ਦੁਆਲੇ, ਕਲੀ ਜਿਹੜੀ ਹੈ, ਕਲੀ ਮਤਲਬ ਜਿਹਨੇ ਗਾਂਹ ਜਾ ਕੇ ਹਜੇ ਫੁੱਲ ਬਣਨਾ ਹੈ, ਬਰਡ ਇਹਨੂੰ ਇੰਗਲਿਸ਼ 'ਚ ਕਹਿ ਦਿੰਦੇ ਆ। ਹਾਂ, ਤਾਂ ਬੱਚਿਓ ਇਹ ਹੈਗੇ ਨੇ ਪੌਦੇ ਦੇ 5 ਭਾਗ। ਇਹਨਾਂ 5 ਭਾਗਾਂ ਤੋਂ ਹੀ ਅਸੀਂ ਜਿਹੜਾ ਆ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ। ਦੇਖੋ, ਇੱਥੇ ਲਿਖਿਆ ਵੀ ਆ, ਪੌਦਿਆਂ ਤੋਂ ਅਸੀਂ ਆਪਣਾ ਭੋਜਨ ਇਹਨਾਂ ਭਾਗਾਂ ਤੋਂ ਹੀ ਲੈਂਦੇ ਹਾਂ। 5 ਭਾਗ ਕਿਹੜੇ ਨੇ? ਜੜ੍ਹਾਂ, ਤਣਾ, ਪੱਤੀਆਂ, ਕਲੀ ਅਤੇ ਫੁੱਲ। ਇਹ 5 ਭਾਗਾਂ ਨੂੰ ਤੁਸੀਂ ਯਾਦ ਰੱਖਣਾ। ਹੁਣ ਅਸੀਂ ਇਹ ਦੇਖਣਾ ਆ ਕਿ ਕਿਹੜੇ ਭਾਗ ਤੋਂ ਸਾਨੂੰ ਕਿਹੜਾ ਭੋਜਨ ਪ੍ਰਾਪਤ ਹੁੰਦਾ ਹੈ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ 'ਤੇ ਥੋੜ੍ਹਾ ਜਿਹਾ ਧਿਆਨ ਦੇਣਾ। ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਮਿਲਣ ਵਾਲੇ ਭੋਜਨ ਦੇ ਸਰੋਤ। ਸਭ ਤੋਂ ਪਹਿਲਾਂ ਅਗਰ ਮੈਂ ਤੁਹਾਨੂੰ ਆਹ ਡਾਇਗਰਾਮ ਦਿਖਾਵਾਂ, ਆ ਵਿਚਕਾਰ ਪੌਦਾ ਹੈ, ਵਿਚਕਾਰ ਪੌਦਾ ਹੈ। ਆ ਸਭ ਤੋਂ ਉੱਪਰ ਸੀਡਸ ਮਤਲਬ ਬੀਜ,
ਬੀਜਾਂ ਤੋਂ ਮਤਲਬ ਪੌਦੇ ਦੇ ਬੀਜਾਂ ਤੋਂ, ਬੀਜ ਵੀ ਇੱਕ ਉਹਦੇ ਭਾਗ ਦੇ ਵਿੱਚ ਹੀ ਆਉਂਦਾ ਹੈ, ਪੌਦੇ ਦੇ ਭਾਗਾਂ ਦੇ ਵਿੱਚ ਹੀ ਆਉਂਦਾ ਬੀਜ। ਬੀਜਾਂ ਤੋਂ ਸਾਨੂੰ ਛੱਲੀ ਪ੍ਰਾਪਤ, ਜਿਵੇਂ ਕਿ ਇੱਥੇ ਇਸ ਉਦਾਹਰਨ 'ਚ ਦਿਖਾਇਆ ਗਿਆ ਕਿ ਬੀਜਾਂ ਤੋਂ ਸਾਨੂੰ ਛੱਲੀ ਪ੍ਰਾਪਤ ਹੋ ਰਹੀ ਹੈ। ਅੱਛਾ, ਦੂਜੇ ਪਾਸੇ ਇਹਦੇ ਫੁੱਲਾਂ ਤੋਂ ਸਾਨੂੰ ਕੌਲੀਫਲਾਵਰ ਪ੍ਰਾਪਤ ਹੋ ਰਿਹਾ ਹੈ, ਜੋ ਕਿ ਅਸੀਂ ਸਬਜ਼ੀ ਦੇ ਤੌਰ 'ਤੇ ਇਹਨੂੰ ਖਾਂਦੇ ਹਾਂ, ਸੈਲਡ ਦੇ ਤੌਰ 'ਤੇ ਵੀ ਖਾਂਦੇ ਹਾਂ। ਤੀਸਰੇ ਪਾਸੇ ਲੀਫ, ਪੱਤਿਆਂ ਤੋਂ, ਤੁਸੀਂ ਇਸ ਦੇਖਿਆ ਵੀ ਹੋਏਗਾ ਇਹਦੀ ਉਦਾਹਰਨ ਪੱਤਾ ਗੋਭੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਸਾਨੂੰ ਪੌਦੇ ਦੇ ਪੱਤਿਆਂ ਤੋਂ ਮਿਲਦਾ ਹੈ, ਇਸ ਕਰਕੇ ਪੱਤਾ ਗੋਭੀ ਇਹਦੀ ਉਦਾਹਰਨ ਹੋ ਗਈ। ਚੌਥੀ ਉਦਾਹਰਨ ਜਿਹੜੀ ਆਪਣੇ ਕੋਲ ਹੈਗੀ ਆ, ਉਹ ਹੈਗੀ ਜੜ੍ਹਾਂ ਤੋਂ ਸਾਨੂੰ ਕਿਹੜਾ ਭੋਜਨ ਪ੍ਰਾਪਤ ਹੁੰਦਾ ਹੈ, ਜਿੱਦਾਂ ਕਿ ਮੂਲੀ ਹੋ ਗਈ, ਗਾਜਰ ਹੋ ਗਈ, ਇਹ ਸਭ ਜੜ੍ਹਾਂ ਤੋਂ ਸਾਨੂੰ ਜਿਹੜਾ ਵਾ, ਪੌਦੇ ਦੀਆਂ ਜੜ੍ਹਾਂ ਤੋਂ ਸਾਨੂੰ ਇਹ ਵਾਲਾ ਭੋਜਨ ਜਿਹੜਾ ਵਾ ਪ੍ਰਾਪਤ ਹੋ ਰਿਹਾ ਹੈ, ਪੌਦੇ ਦੀਆਂ ਜੜ੍ਹਾਂ ਤੋਂ। ਫਿਰ ਆ ਜਾਂਦਾ ਸਾਨੂੰ ਇਹਦੇ ਫਲ ਫਰੂਟ। ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫਰੂਟਸ ਵੀ ਜਿਹੜੇ ਆ ਅਸੀਂ ਪੇੜ ਪੌਦਿਆਂ ਤੋਂ ਹੀ ਪ੍ਰਾਪਤ ਕਰਦੇ ਹਾਂ। ਫਰੂਟਸ ਜਿਵੇਂ ਕਿ ਸੇਬ ਹੋ ਗਿਆ, ਕੇਲੇ ਹੋ ਗਏ, ਅੰਬ ਹੋ ਗਿਆ, ਮੌਸੰਮੀ ਹੋ ਗਈ, ਚੀਕੂ ਹੋ ਗਏ, ਆੜੂ ਹੋ ਗਏ, ਇਹ ਸਾਰੇ ਭੋਜਨ ਦਾ ਹੀ ਸਰੋਤ ਹਨ ਜੋ ਕਿ ਸਾਨੂੰ ਪੇੜ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ। ਤੀਜਾ ਲਾਸਟ ਸੱਚ ਬਚਦਾ ਆਪਣੇ ਕੋਲ ਸਟੈਮ ਮਤਲਬ ਤਣਾ। ਇਹਦੀ ਉਦਾਹਰਨ ਤੁਸੀਂ ਲੈ ਸਕਦੇ ਹੋ ਜਿਵੇਂ ਕਿ ਗੰਨਾ, ਠੀਕ ਹੈ ਨਾ। ਗੰਨਾ ਜਿਹੜਾ ਵਾ ਉਹ ਇੱਕ ਤਣੇ ਦਾ ਹੀ ਰੂਪ ਆ, ਜੋ ਕਿ ਐਜ਼ ਅ ਫੂਡ, ਐਜ਼ ਅ ਭੋਜਨ ਦਾ ਸਰੋਤ ਅਸੀਂ ਆਪਣੀ ਡਾਇਟ ਵਿੱਚ, ਜਾਂ ਫਿਰ ਉਸ ਤੋਂ ਅਸੀਂ ਚੀਨੀ ਜਿਹੜੀ ਆ ਉਹ ਬਣਾ ਸਕਦੇ ਹੈਗੇ। ਅੱਛਾ ਬੱਚਿਓ, ਇੱਥੇ ਮੈਂ ਉਦਾਹਰਨ ਵੀ ਦਿੱਤੀ ਹੋਈ ਹੈ, ਜਿੱਦਾਂ ਕਿ ਜੜ੍ਹਾਂ ਤੋਂ ਸਾਨੂੰ ਕਿਹੜਾ ਭੋਜਨ ਪ੍ਰਾਪਤ ਹੁੰਦਾ ਹੈ, ਤਾਂ ਤੁਸੀਂ ਦੇਖ ਸਕਦੇ ਹੋ ਜੜ੍ਹਾਂ ਤੋਂ ਸਾਨੂੰ ਗਾਜਰ, ਮੂਲੀ, ਸ਼ਕਰਕੰਦੀ ਆਦਿ ਪ੍ਰਾਪਤ ਹੁੰਦੇ ਨੇ। ਤਣੇ ਤੋਂ, ਸਟੈਮ ਤੋਂ ਸਾਨੂੰ ਅਦਰਕ, ਅਨੀਅਨ ਮਤਲਬ ਪਿਆਜ਼, ਪੋਟੈਟੋ, ਆਲੂ ਵਗੈਰਾ, ਇਹ ਸਾਨੂੰ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦੇ ਆ। ਤੀਸਰੀ ਉਦਾਹਰਨ ਦਿੱਤੀ ਹੋਈ ਹੈ ਇੱਥੇ ਪੱਤਿਆਂ ਦੀ, ਤਾਂ ਪੱਤਿਆਂ ਤੋਂ ਸਾਨੂੰ ਜਿਹੜਾ ਆ ਉਹ ਪਾਲਕ, ਪੱਤਾ ਗੋਭੀ ਆਦਿ, ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਚੌਥਾ ਹੈਗਾ ਬੀਜਾਂ ਤੋਂ ਸਾਨੂੰ ਜਿਹੜੇ ਸਰੋਤ, ਭੋਜਨ ਦੇ ਸਰੋਤ ਪ੍ਰਾਪਤ ਹੋਣੇ ਆ, ਉਹ ਹੈਗਾ ਇੱਕ ਸਰੋਂ, ਮੱਕੀ, ਕਣਕ ਆਦਿ। ਇਹ ਸਾਰੀਆਂ ਚੀਜ਼ਾਂ ਸਾਨੂੰ ਜਿਹੜੀਆਂ ਹੈਗੀਆਂ ਆ ਉਹ ਭੋਜਨ ਦੇ ਸਰੋਤ ਵਜੋਂ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਨੇ। ਤਾਂ ਪੌਦਿਆਂ ਦੇ ਬੇਸਿਕਲੀ ਆਹੀ 5 ਭਾਗ ਨੇ: ਜੜ੍ਹਾਂ, ਤਣੇ, ਪੱਤੀਆਂ, ਕਲੀ, ਫੁੱਲ। ਇਹਨਾਂ ਤੋਂ ਹੀ ਜਿਹੜਾ ਵਾ ਅਸੀਂ ਆਪਣਾ ਭੋਜਨ ਉਹ ਪ੍ਰਾਪਤ ਕਰਦੇ ਹਾਂ। ਹੁਣ ਜਿੱਦਾਂ ਇੱਥੇ ਬੀਜਾਂ ਤੋਂ ਸਰੋਂ, ਮਤਲਬ ਸਰੋਂ ਦੇ ਉਹ ਜਿਹੜੇ ਬੀਜ ਹੋਊਗੇ ਉਹ ਤੋਂ ਤੇਲ ਬਣਾ ਕੇ ਉਸ ਨੂੰ ਅਸੀਂ ਆਪਣੇ ਭੋਜਨ 'ਚ ਸ਼ਾਮਿਲ ਕਰਦੇ ਹਾਂ। ਇਹ ਸਾਰੇ ਜਿਹੜੇ ਭਾਗ ਆ ਇਹ ਤੁਸੀਂ ਬੱਚਿਓ ਯਾਦ ਰੱਖਣੇ ਆ ਕਿ ਇਹਨਾਂ 5 ਭਾਗਾਂ ਤੋਂ ਹੀ ਸਾਨੂੰ ਜਿਹੜੇ ਆ ਉਹ ਭੋਜਨ ਦੇ ਸਰੋਤ ਮਿਲਦੇ। ਇਸ ਦੇ ਨਾਲ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਫੁੱਲ ਕਈ ਪਲਾਂਟਸ ਦੇ ਅਸੀਂ ਫੁੱਲ ਵੀ ਖਾਂਦੇ ਆ, ਜਿਵੇਂ ਕਿ ਤੁਹਾਡੀ ਕਿਤਾਬ 'ਚ ਵੀ ਦਿੱਤਾ ਹੋਇਆ, ਉਹਦੀ ਉਦਾਹਰਨ ਤੁਸੀਂ ਪੜ੍ਹਨੀ ਜ਼ਰੂਰ ਹੈ, ਤੁਸੀਂ ਖੁਦ ਪੜ੍ਹਨੀ ਹੈ। ਅੱਛਾ ਬੱਚਿਓ, ਅੱਗੇ ਅਸੀਂ ਹੁਣ ਇਹ ਦੇਖਣਾ ਆ ਕਿ ਇਹ ਤਾਂ ਹੋ ਗਏ ਕਿ ਸਾਨੂੰ ਪੌਦਿਆਂ ਤੋਂ ਆਪਣਾ ਭੋਜਨ ਕਿਵੇਂ ਪ੍ਰਾਪਤ ਹੁੰਦਾ ਹੈ, ਕਿਵੇਂ ਉਹਨਾਂ ਤੋਂ ਅਸੀਂ ਆਪਣੀ ਕੱਚੀ ਸਮੱਗਰੀ ਜਿਹੜੀ ਆ ਉਹ ਪ੍ਰਾਪਤ ਕਰਦੇ ਹਾਂ। ਹੁਣ ਅਸੀਂ ਗੱਲ ਕਰਨੀ ਆ ਜਾਨਵਰਾਂ ਦੀ, ਕਿ ਜਾਨਵਰਾਂ ਤੋਂ ਸਾਨੂੰ ਕਿਹੜੇ ਭੋਜਨ ਪ੍ਰਾਪਤ ਜਾਂ ਕੱਚੀ ਸਮੱਗਰੀ ਪ੍ਰਾਪਤ ਹੁੰਦੀ ਆ, ਅਤੇ ਉੱਥੋਂ ਅਸੀਂ ਆਪਣਾ ਭੋਜਨ ਕਿਵੇਂ ਬਣਾਉਂਦੇ ਹੈਗੇ ਆ। ਤਾਂ ਉਹਦੇ ਲਈ ਅਸੀਂ ਆਹ ਸਲਾਈਡ ਦੇਖਾਂਗੇ, ਜਿੱਥੇ ਹੈਗਾ ਹੈ ਕਿ ਜਾਨਵਰਾਂ ਤੋਂ ਭੋਜਨ ਸਾਨੂੰ ਕਿਵੇਂ ਪ੍ਰਾਪਤ ਹੁੰਦਾ ਹੈ, ਦੈਟ ਇਜ਼ ਫੂਡ ਫਰੋਮ ਐਨੀਮਲਸ। ਇਹਦੇ ਵਿੱਚ ਅਗਰ ਤੁਸੀਂ ਸਭ ਤੋਂ ਪਹਿਲੀ ਉਦਾਹਰਨ ਦੇਖੋ ਤਾਂ ਮਧੂਮੱਖੀ ਦਾ ਛੱਤਾ ਤੁਸੀਂ ਸਾਰਿਆਂ ਨੇ, ਮੈਨੂੰ ਉਮੀਦ ਹੈ ਕਿ ਦੇਖਿਆ ਹੋਵੇਗਾ। ਤਾਂ ਮਧੂਮੱਖੀ ਜਿਹੜੀ ਆ ਉਹ ਫੁੱਲਾਂ ਦੇ ਰਸ ਜਿਹਨੂੰ ਆਪਾਂ ਨੈਕਟਰ ਵੀ ਬੋਲਦੇ ਇੰਗਲਿਸ਼ ਦੇ ਵਿੱਚ, ਉਸ ਨੂੰ ਫੁੱਲਾਂ ਤੋਂ ਸੱਕ ਕਰਦੀ ਹੈ, ਚੂਸ ਲੈਂਦੀ ਆ, ਅਤੇ ਉਸ ਨੂੰ ਆਪਣੇ ਛੱਤੇ ਦੇ ਵਿੱਚ ਇਕੱਠਾ ਕਰਕੇ, ਪੂਰਾ ਸਾਲ ਇਕੱਠਾ ਕਰਕੇ ਰੱਖਦੀ ਆ, ਅਤੇ ਉਹ ਤੋਂ ਸ਼ਹਿਦ ਬਣ ਜਾਂਦਾ। ਹੁਣ ਇਹ ਸ਼ਹਿਦ ਅਸੀਂ ਆਪਣੇ ਭੋਜਨ ਦੇ ਵਿੱਚ ਵੀ ਸ਼ਾਮਿਲ ਕਰਦੇ ਹਾਂ, ਅਸੀਂ ਖਾਂਦੇ ਹਾਂ। ਤਾਂ ਇਹ ਵੀ ਇੱਕ ਜਾਨਵਰਾਂ ਤੋਂ ਜਿਹੜਾ ਆ ਉਹ ਭੋਜਨ ਸਾਨੂੰ ਪ੍ਰਾਪਤ ਹੋ ਰਿਹਾ ਹੈ।
ਦੂਸਰੇ ਪਾਸੇ ਅਸੀਂ ਉਦਾਹਰਨ ਲਈ ਹੋਈ ਆ ਮੱਝ ਦੀ, ਗਾਂ ਦੀ, ਬੱਕਰੀਆਂ ਦੀ। ਇਹਨਾਂ ਤੋਂ ਤੁਹਾਨੂੰ ਪਤਾ ਹੈ ਕਿ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦ ਸਾਨੂੰ ਇਹਨਾਂ ਤੋਂ ਹੀ ਪ੍ਰਾਪਤ ਹੁੰਦੇ ਆ। ਦੁੱਧ ਜੋ ਕਿ ਸਾਡੇ ਡਾਈਟ ਦਾ ਬਹੁਤ ਇੰਪੋਰਟੈਂਟ ਹਿੱਸਾ ਆ, ਤਾਂ ਉਹਨਾਂ ਤੋਂ ਦੁੱਧ ਜਿਹੜਾ ਵਾ ਅਸੀਂ ਗਾਵਾਂ, ਮੱਝਾਂ ਜਾਂ ਬੱਕਰੀਆਂ ਤੋਂ ਪ੍ਰਾਪਤ ਕਰ ਲੈਂਦੇ ਹਾਂ। ਹੁਣ ਮਿਲਕ ਪ੍ਰੋਡਕਟਸ ਦੇ ਵਿੱਚ ਮਤਲਬ ਦੁੱਧ ਤੋਂ ਗਾਂ ਅਸੀਂ ਕੀ ਬਣਾ ਸਕਦੇ ਹਾਂ, ਤੁਹਾਨੂੰ ਸਾਰਿਆਂ ਨੂੰ ਬੱਚਿਓ ਪਤਾ ਹੀ ਹੈ। ਪਨੀਰ, ਮੱਖਣ, ਦਹੀਂ, ਕਰੀਮ, ਘਿਓ ਆਦਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਦੁੱਧ ਤੋਂ ਬਣਾ ਸਕਦੇ ਹਾਂ। ਇਸ ਕਰਕੇ ਇਸ ਜਾਨਵਰਾਂ ਤੋਂ ਵੀ ਜਿਹੜੇ ਭੋਜਨ ਸਾਨੂੰ ਪ੍ਰਾਪਤ ਹੋ ਰਹੇ ਆ ਉਹ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ। ਤੀਸਰੀ ਉਦਾਹਰਣ ਇੱਥੇ ਦਿੱਤੀ ਗਈ ਆ ਮੱਛਲੀਆਂ ਅਤੇ ਮੁਰਗੀਆਂ ਤੋਂ। ਉਹਨਾਂ ਤੋਂ ਅਸੀਂ ਜਿਹੜਾ ਆ ਉਹ ਮੀਟ, ਅੰਡੇ, ਮਾਂਸ ਆਦਿ ਇਹ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹਾਂ। ਮੀਟ, ਅੰਡੇ ਇਹਨਾਂ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਬੱਚਿਓ, ਜੋ ਕਿ ਸਾਡੀ ਗਰੋਥ ਦੇ ਲਈ, ਫਿਜ਼ੀਕਲ ਗਰੋਥ ਦੇ ਲਈ, ਮਸਲਸ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ। ਅੱਗੇ ਆਪਣੇ ਕੋਲ ਬਚ ਜਾਂਦਾ ਕਿ ਆਹ ਤਾਂ ਚਲੋ ਜਾਨਵਰ ਦਾ ਹੋ ਗਿਆ, ਆਪਣੇ ਕੋਲ ਪਲਾਂਟਸ ਦਾ ਅਸੀਂ ਦੇਖ ਲਿਆ, ਤਾਂ ਮੁੱਖ ਤਾਂ ਦੋ ਸਰੋਤ ਆ। ਹੁਣ ਗੱਲ ਆਪਾਂ ਕਰਨੀ ਹੈ ਕਿ ਜਾਨਵਰ ਜਿਹੜੇ ਆ ਹੈਗੇ ਆ ਇਹ ਕੀ ਖਾਂਦੇ ਆ, ਇਹਨਾਂ ਦਾ ਭੋਜਨ ਕੀ ਹੈ, ਕਿਉਂਕਿ ਇਹਨਾਂ ਨੂੰ ਵੀ ਤਾਂ ਭੋਜਨ ਦੀ ਜ਼ਰੂਰਤ ਹੁੰਦੀ ਹੀ ਹੋਵੇਗੀ। ਤਾਂ ਇਹਨਾਂ ਨੂੰ ਖਾਣ ਦੀ ਆਦਤਾਂ ਲਈ ਇਹ ਜੋ ਖਾਂਦੇ ਆ, ਅਸੀਂ ਸਾਰੇ ਜਾਨਵਰਾਂ ਨੂੰ ਮੁੱਖ 3 ਭਾਗਾਂ ਦੇ ਵਿੱਚ ਵੰਡਿਆ ਹੋਇਆ। ਜਿੰਨੇ ਵੀ ਜਾਨਵਰ ਹੈਗੇ ਆ ਉਹਨੂੰ ਮੁੱਖ ਅਸੀਂ 3 ਭਾਗਾਂ 'ਚ ਵੰਡਿਆ ਹੋਇਆ ਉਹਨਾਂ ਦੀਆਂ ਖਾਣ ਦੀਆਂ ਆਦਤਾਂ ਤੋਂ, ਕਿ ਉਹ ਕਿਹੋ ਜਿਹਾ ਭੋਜਨ ਖਾਂਦੇ ਆ। ਦੇਖੋ ਬੱਚਿਓ, ਭੋਜਨ ਦੀ ਜ਼ਰੂਰਤ ਸਭ ਨੂੰ ਆ। ਜੇ ਸਾਨੂੰ ਭੋਜਨ ਦੀ ਜ਼ਰੂਰਤ ਆ ਤਾਂ ਜਾਨਵਰਾਂ ਨੂੰ ਵੀ ਜ਼ਰੂਰਤ ਆ। ਹੁਣ ਜਾਨਵਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਭੋਜਨ ਖਾਂਦੇ ਆ, ਤਾਂ ਉਹਨਾਂ ਦੀਆਂ ਭੋਜਨ ਖਾਣ ਦੀਆਂ ਆਦਤਾਂ ਤੋਂ ਅਸੀਂ 3 ਭਾਗਾਂ 'ਚ ਡਿਵਾਈਡ ਕੀਤੇ ਹੋਏ ਸਾਰੇ ਜਾਨਵਰ। ਇੱਕ ਹੈਗਾ ਸਭ ਤੋਂ ਪਹਿਲਾਂ ਹਰਬੀਵੋਰਸ ਮਤਲਬ ਸ਼ਾਕਾਹਾਰੀ, ਦੂਜਾ ਮਾਸਾਹਾਰੀ ਮਤਲਬ ਕਾਰਨੀਵੋਰਸ, ਤੀਜਾ ਹੈਗਾ ਓਮਨੀਵੋਰਸ ਸਰਬ ਆਹਾਰੀ। ਇਹ 3 ਭਾਗਾਂ ਦੇ ਵਿੱਚ ਅਸੀਂ ਇਹਨਾਂ ਦੀ ਸਟੱਡੀ ਕਰਾਂਗੇ, ਇਹਨਾਂ ਬਾਰੇ ਪੜ੍ਹਾਂਗੇ। ਇੱਥੇ ਤੁਸੀਂ ਪਹਿਲੀ ਉਦਾਹਰਨ ਦੇਖ ਸਕਦੇ ਹੋ, ਡੱਡੂ ਜਿਹੜਾ ਉਹ ਮੱਛਰ ਖਾ ਰਿਹਾ, ਇੱਥੇ ਸ਼ੇਰ ਜਿਹੜਾ ਉਹ ਮਾਂਸ ਖਾ ਰਿਹਾ, ਟਾਈਗਰ। ਇੱਥੇ ਜਿਹੜੀ ਮੱਝ ਹੈਗੀ ਆ ਉਹ ਘਾਹ ਖਾ ਰਹੀ ਆ, ਇੱਲ ਨੇ ਚੂਹਾ ਫੜਿਆ ਹੋਇਆ, ਇੱਲ ਚੂਹਾ ਖਾ ਰਹੀ ਹੈ, ਅਤੇ ਇੱਧਰ ਕੁੱਤਾ ਬ੍ਰੈਡ ਖਾ ਰਿਹਾ ਹੈਗਾ। ਤਾਂ ਇਹ ਸਾਰੀਆਂ ਉਦਾਹਰਨਾਂ ਹੈਗੀਆਂ ਸਾਡੇ ਕੋਲ। ਇਹ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਹਰੇਕ ਜੀਵ ਜੰਤੂ ਵੀ ਆਪਣਾ ਭੋਜਨ ਅਲੱਗ-ਅਲੱਗ ਤਰ੍ਹਾਂ ਨਾਲ ਮੈਨੇਜ ਕਰਕੇ ਖਾ ਰਿਹਾ ਆ। ਭੋਜਨ 'ਚ ਇਹਨਾਂ ਦੀ ਵੀ ਜਿਹੜੀ ਆ ਉਹ ਵਿਭਿੰਨਤਾ ਨਜ਼ਰ ਆ ਰਹੀ। ਹੁਣ ਇਹੀ ਵਿਭਿੰਨਤਾ ਨੂੰ ਗਾਹਾਂ ਆਪਾਂ ਦੇਖਣਾ ਹੈਗਾ, ਪੜ੍ਹਨਾ ਹੈਗਾ। ਤਾਂ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਹਰਬੀਵੋਰਸ ਹਰਬੀਵੋਰਸ ਦਾ ਮਤਲਬ ਹਰੀਆਂ ਪੱਤੀਆਂ ਤੋਂ ਜਿਹੜੇ ਆਪਣਾ ਖਾਣਾ ਪ੍ਰਾਪਤ ਕਰਦੇ ਆ, ਜਿਹੜੇ ਕਿ ਸਿਰਫ ਤੇ ਸਿਰਫ ਹਰੀਆਂ ਪੱਤੀਆਂ ਤੋਂ, ਹਰੇ ਘਾਹ ਤੋਂ, ਪੇੜ ਪੌਦਿਆਂ ਤੋਂ ਆਪਣਾ ਜਿਹੜਾ ਖਾਣਾ ਪ੍ਰਾਪਤ ਕਰਦੇ ਆ, ਉਹਨਾਂ ਨੂੰ ਅਸੀਂ ਹਰਬੀਵੋਰਸ ਐਨੀਮਲਸ ਕਹਾਂਗੇ। ਇਹਦੀ ਉਦਾਹਰਨ ਤੁਸੀਂ ਦੇਖ ਸਕਦੇ ਹੋ ਬੱਚਿਓ, ਜਿਵੇਂ ਕਿ ਮੱਝ ਹੋ ਗਈ, ਘੋੜਾ ਹੋ ਗਿਆ, ਖੋਤਾ ਹੋ ਗਿਆ, ਗਾਂ ਹੋ ਗਈ। ਇਹਦੇ ਵਿੱਚ ਆ ਜਾਣਗੇ ਅਜਿਹੇ ਜਾਨਵਰ ਜੋ ਘਾਹ ਪੌਦੇ ਖਾਂਦੇ ਹਨ, ਨੂੰ ਅਸੀਂ ਸ਼ਾਕਾਹਾਰੀ ਜਾਨਵਰ ਕਹਿੰਦੇ ਹਾਂ। ਇਹ ਸ਼ਾਕਾਹਾਰੀ ਹੋ ਗਿਆ। ਦੂਜਾ ਹੈਗਾ ਮਾਸਾਹਾਰੀ ਉਹ ਜਾਨਵਰ ਹੋ ਗਏ ਜੋ ਕਿ ਦੂਜਿਆਂ ਦਾ ਮਾਂਸ ਖਾਂਦੇ ਆ, ਜੋ ਆਪਣੇ ਭੋਜਨ ਲਈ ਦੂਜਿਆਂ ਉੱਤੇ ਨਿਰਭਰ ਕਰਦੇ ਆ। ਇਹ ਵੀ ਦੂਜਿਆਂ ਉੱਤੇ ਨਿਰਭਰ ਕਰਦੇ ਆ, ਲੇਕਿਨ ਦੂਜੇ ਜਾਨਵਰਾਂ ਦੇ ਉੱਤੇ ਨਹੀਂ। ਬੱਚਿਓ, ਮੈਨੂੰ ਲੱਗਦਾ ਆ ਕਿ ਤੁਹਾਨੂੰ ਹਰਬੀਵੋਰਸ ਮਤਲਬ ਹਰੀਆਂ ਪੱਤੀਆਂ ਨੂੰ ਖਾਣ ਵਾਲੇ ਜਾਨਵਰ, ਅਤੇ ਮਾਸਾਹਾਰੀ ਮਤਲਬ ਕਾਰਨੀਵੋਰਸ ਮਤਲਬ ਦੂਜਿਆਂ ਦਾ ਮਾਂਸ ਖਾਣ ਵਾਲੇ ਜਾਨਵਰ ਦੇ ਵਿੱਚ ਅੰਤਰ ਸਮਝ ਲੱਗ ਗਿਆ ਹੋਵੇਗਾ। ਇਹਦੀ ਉਦਾਹਰਣ ਹੈ ਜਿਵੇਂ ਕਿ ਚੀਤਾ, ਸ਼ੇਰ, ਟਾਈਗਰ ਆਦਿ। ਠੀਕ ਹੈ। ਤੀਸਰੇ ਉਦਾਹਰਣ ਆਪਣੇ ਕੋਲ ਬਚਦੀ ਜਾਨਵਰਾਂ ਦੀ ਉਹ ਹੈਗੇ ਸਰਬ ਆਹਾਰੀ ਜਾਨਵਰ। ਜੋ ਸਭ ਕੁਝ ਖਾ ਜਾਣ, ਜੋ ਪੇੜ ਪੌਦਿਆਂ ਨੂੰ ਵੀ ਆਪਣੇ ਭੋਜਨ 'ਚ ਸ਼ਾਮਲ ਕਰਨ, ਉਸ ਦੇ ਨਾਲ
ਜਾਨਵਰਾਂ ਦੇ ਸਰੋਤਾਂ, ਜੋ ਜਾਨਵਰਾਂ ਤੋਂ ਜੋ ਭੋਜਨ ਪ੍ਰਾਪਤ ਹੋਇਆ ਉਹਨਾਂ ਨੂੰ ਵੀ ਆਪਣੇ ਭੋਜਨ ਵਿੱਚ ਸ਼ਾਮਲ ਕਰਨ। ਅਜਿਹੇ ਅਸੀਂ ਜੰਤੂਆਂ ਨੂੰ ਅਸੀਂ ਸਰਬ ਆਹਾਰੀ ਜਾਨਵਰ ਕਹਿ ਦਿੰਦੇ ਹਾਂ। ਉਹ ਜਾਨਵਰ ਜੋ ਆਪਣਾ ਭੋਜਨ ਪੌਦੇ ਅਤੇ ਜਾਨਵਰ ਦੋਵਾਂ ਤੋਂ ਲੈਂਦੇ ਹਨ, ਉਹਨਾਂ ਨੂੰ ਅਸੀਂ ਸਰਬ ਆਹਾਰੀ, ਸਭ ਕੁਝ ਜੋ ਖਾ ਲੈਂਦੇ ਆ, ਜਿਵੇਂ ਕਿ ਆਦਮੀ, ਕੁੱਤਾ। ਇੱਥੇ ਤੁਸੀਂ ਪਿਕਚਰ 'ਚ ਵੀ ਇਹਦੇ ਬਾਰੇ ਦੇਖ ਸਕਦੇ ਹੋ। ਅੱਛਾ ਬੱਚਿਓ, 3 ਤਰ੍ਹਾਂ ਦੇ ਅਸੀਂ ਜਾਨਵਰਾਂ ਦੇ ਬਾਰੇ ਪੜ੍ਹ ਲਿਆ। ਸ਼ਾਕਾਹਾਰੀ, ਮਾਸਾਹਾਰੀ ਜੋ ਮਾਸ ਖਾਂਦੇ ਨੇ, ਸ਼ਾਕਾਹਾਰੀ ਜੋ ਸ਼ਾਖਾਵਾਂ, ਮਤਲਬ ਸ਼ਾਖਾਵਾਂ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਹਰੀਆਂ ਪੱਤੀਆਂ ਆਦਿ ਪੇੜ ਪੌਦਿਆਂ ਦੇ ਉੱਤੇ ਜਿਹੜਾ ਆਪਣਾ ਭੋਜਨ ਨੂੰ ਨਿਰਭਰ ਕਰਨ। ਅਤੇ ਲਾਸਟ ਵਿੱਚ ਸਰਬ ਆਹਾਰੀ, ਸਰਬ ਆਹਾਰੀ ਮਤਲਬ ਜੋ ਕਿ ਸਭ ਕੁਝ ਖਾ ਜਾਂਦੇ ਹਨ। ਅੱਛਾ ਬੱਚਿਓ, ਹੁਣ ਇੱਕ ਤੁਹਾਡੀ ਬੁੱਕ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਵੀ ਦਿੱਤਾ ਹੋਇਆ ਕਿ ਜਿਹੜਾ ਭੋਜਨ ਹੈਗਾ ਆ ਉਹ ਸਭ ਲਈ ਉਪਲਬਧ ਆ। ਜੇ ਬੇਟਾ ਉਪਲਬਧ ਨਹੀਂ ਤਾਂ ਅਸੀਂ ਇਹਨੂੰ ਬਰਬਾਦ, ਸਾਨੂੰ ਇਸ ਭੋਜਨ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਅਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਪੂਰਾ ਭੋਜਨ ਨਹੀਂ ਮਿਲਦਾ। ਸਾਨੂੰ ਅਜਿਹੇ ਢੰਗ ਲੱਭਣ ਦੀ ਲੋੜ ਹੈ ਜਿਨ੍ਹਾਂ ਨਾਲ ਦੇਸ਼ ਵਿੱਚ ਜ਼ਿਆਦਾ ਭੋਜਨ ਪੈਦਾ ਕੀਤਾ ਜਾ ਸਕੇ। ਇਹੀ ਕਾਫੀ ਨਹੀਂ, ਸਗੋਂ ਅਜਿਹੇ ਢੰਗ ਵੀ ਲੱਭਣੇ ਪੈਣਗੇ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਭੋਜਨ ਸਾਨੂੰ ਸਭ ਨੂੰ ਆਸਾਨੀ ਨਾਲ ਹਾਸਲ ਹੋ ਸਕੇ। ਤਾਂ ਇਸ ਕਰਕੇ ਬੱਚਿਓ, ਅੱਜ ਤੋਂ ਹੀ ਜਾਂ ਫਿਰ ਮਤਲਬ ਆਪਣੇ ਮਨ 'ਚ ਧਾਰਨ ਕਰੋ ਇਹ ਗੱਲ ਕਿ ਅਸੀਂ ਆਪਣਾ ਖਾਣਾ ਵੇਸਟ ਨਹੀਂ ਕਰਾਂਗੇ ਅਤੇ ਓਨਾ ਹੀ ਥਾਲੀ ਵਿੱਚ ਪਾਵਾਂਗੇ ਜਿੰਨੀ ਕੁ ਸਾਨੂੰ ਭੁੱਖ ਲੱਗੀ ਹੋਈ ਹੈ, ਕਿਉਂਕਿ ਭੋਜਨ ਇੱਕ ਅਜਿਹੀ ਅਮੁੱਲ ਵਸਤੂ ਆ, ਇਸ ਦਾ ਮੁੱਲ ਨਹੀਂ ਅਸੀਂ ਪਾ ਸਕਦੇ। ਤਾਂ ਇਹ ਵੀ ਗੱਲ ਜਿਹੜੀ ਆ ਉਹ ਅਸੀਂ ਯਾਦ ਰੱਖਣੀ ਹੈਗੀ ਆ। ਪਲੀਜ਼ ਡੋਂਟ ਵੇਸਟ ਫੂਡ। ਭੋਜਨ ਨੂੰ ਬਰਬਾਦ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਅੱਛਾ ਬੱਚਿਓ, ਹੁਣ ਅਸੀਂ ਜੋ ਕੁਝ ਵੀ ਸਿੱਖਿਆ ਆ ਉਸ ਨੂੰ ਅਸੀਂ ਖਾਲੀ ਥਾਵਾਂ ਦੇ ਰੂਪ ਦੇ ਵਿੱਚ ਅਸੀਂ ਰਿਵਾਈਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਚੀਤਾ ਡੈਸ਼ ਹੈ ਕਿਉਂਕਿ ਇਹ ਕੇਵਲ ਮਾਂਸ ਖਾਂਦਾ ਹੈ। ਹਾਂ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦਾ ਆਨਸਰ ਆਉਂਦਾ ਹੋਵੇਗਾ। ਆ 3 ਓਪਸ਼ਨਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ, ਮਾਸਾਹਾਰੀ, ਸ਼ਾਕਾਹਾਰੀ, ਸਰਬ ਆਹਾਰੀ। ਇਹਦੇ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਵਾਂ। ਮਾਸਾਹਾਰੀ ਮਾਂਸ, ਜੋ ਮਾਂਸ ਖਾਂਦੇ ਆ। ਸ਼ਾਕਾਹਾਰੀ ਜੋ ਸ਼ਾਖਾਵਾਂ, ਮਤਲਬ ਜੋ ਪੇੜ ਪੌਦਿਆਂ ਦੇ ਉੱਤੇ ਆਪਣਾ ਖਾਣੇ ਦੇ ਲਈ ਨਿਰਭਰ ਕਰਦੇ। ਸਰਬ ਆਹਾਰੀ, ਸਰਬ ਮਤਲਬ ਸਭ ਕੁਝ ਜੋ ਖਾ ਜਾਣ। ਤਾਂ ਮੈਨੂੰ ਉਮੀਦ ਹੈ ਬੱਚਿਓ ਤੁਸੀਂ ਇਹਦਾ ਆਨਸਰ ਲੱਭ ਲਿਆ ਹੋਵੇਗਾ। ਤਾਂ ਇਹਦਾ ਆਨਸਰ ਹੈ ਚੀਤਾ ਇੱਕ ਮਾਸਾਹਾਰੀ ਹੈ ਕਿਉਂਕਿ ਇਹ ਕੇਵਲ ਮਾਂਸ ਖਾਂਦਾ ਹੈ। ਅੱਛਾ ਬੱਚਿਓ, ਦੂਸਰੀ ਖਾਲੀ ਥਾਂ ਅਸੀਂ ਦੇਖਦੇ ਹਾਂ। ਸਾਨੂੰ ਚੀਨੀ ਡੈਸ਼ ਤੋਂ ਮਿਲਦੀ ਹੈ, ਗੰਨੇ ਤੋਂ, ਸ਼ਹਿਦ ਜਾਂ ਅੰਬ ਤੋਂ। ਹੁੰਦੇ ਤਾਂ ਤਿੰਨੇ ਹੀ ਮਿੱਠੇ ਆ, ਲੇਕਿਨ ਅਸੀਂ ਚੀਨੀ ਜਿਹੜੀ ਸਾਡੀ ਸ਼ੂਗਰ ਮਿਲ ਦੇ ਵਿੱਚ ਚੀਨੀ ਬਣਦੀ ਆ, ਉਹ ਕਿੱਥੋਂ ਤੁਹਾਨੂੰ ਲੱਗਦਾ ਬਣਦੀ ਹੋਵੇਗੀ? ਗੰਨਿਆਂ ਤੋਂ ਬਣਦੀ ਹੈ, ਸ਼ਹਿਦ ਤੋਂ ਜਾਂ ਅੰਬ ਤੋਂ? ਹਾਂ ਬੱਚਿਓ, ਮੈਨੂੰ ਲੱਗਦਾ ਤੁਸੀਂ ਇਹਦਾ ਵੀ ਆਨਸਰ ਜਾਣਦੇ ਹੋ। ਤਾਂ ਸਾਨੂੰ ਚੀਨੀ ਗੰਨੇ ਤੋਂ ਮਿਲਦੀ ਹੈ। ਕਿਸਾਨ ਜਿਹੜੀ ਉਹ ਗੰਨਾ ਹੈ ਉਹ ਸ਼ੂਗਰ ਮਿਲ ਵਾਲੇ ਬੰਦਿਆਂ ਨੂੰ ਵੇਚ ਦਿੰਦੇ ਹੈ। ਸ਼ੂਗਰ ਮਿਲ ਵਾਲੇ ਇਸ ਗੰਨੇ ਤੋਂ ਚੀਨੀ ਦਾ ਉਤਪਾਦ ਕਰਦੇ ਹਨ। ਅੱਛਾ ਬੱਚਿਓ, ਅਗਲੀ ਖਾਲੀ ਥਾਂ ਅਸੀਂ ਦੇਖਦੇ ਹਾਂ। ਹਿਰਨ ਕੇਵਲ ਪੌਦੇ ਘਾਹ ਖਾਂਦਾ ਹੈ, ਇਸ ਲਈ ਇੱਥੇ ਲਈ ਆਣਾ ਸੀ, ਇਸ ਲਈ ਇਸ ਨੂੰ ਡੈਸ਼ ਆਖਦੇ ਹਨ। ਸ਼ਾਕਾਹਾਰੀ, ਮਾਸਾਹਾਰੀ, ਸਰਬ ਆਹਾਰੀ। ਬਿਲਕੁਲ ਠੀਕ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਵੀ ਆਨਸਰ ਜਾਣਦੇ ਹੋਵੋਗੇ। ਹਿਰਨ ਕੇਵਲ ਪੌਦੇ ਘਾਹ ਖਾਂਦਾ ਹੈ ਅਤੇ ਜੋ ਪੌਦੇ ਘਾਹ ਖਾਂਦਾ ਹੈ ਉਸ ਨੂੰ ਅਸੀਂ ਸ਼ਾਕਾਹਾਰੀ ਕਹਿੰਦੇ ਹਾਂ। ਤਾਂ ਇਸ ਕਰਕੇ ਬੇਟਾ ਤੁਸੀਂ ਦੇਖ ਵੀ ਸਕਦੇ ਹੋ ਪਿਕਚਰ ਦੇ ਵਿੱਚ, ਹਿਰਨ ਜਿਹੜਾ ਆ ਉਹ ਘਾਹ ਜਿਹੜਾ ਆ ਉਹ ਖਾ ਰਿਹਾ, ਤਾਂ ਇਸ ਕਰਕੇ ਇਹ ਸ਼ਾਕਾਹਾਰੀ ਹੈ। ਅਗਲੀ ਖਾਲੀ ਥਾਂ ਹੈਗੀ ਆਪਣੇ ਕੋਲ, ਤੋਤਾ ਕੇਵਲ ਡੈਸ਼ ਖਾਂਦਾ ਹੈ, ਪੌਦੇ, ਮਾਂਸ, ਮੱਛੀ। ਹੁਣ ਇੱਥੇ ਤੁਸੀਂ ਕਈ ਬੱਚੇ ਕਹਿ ਸਕਦੇ ਆ ਕਿ ਤੋਤਾ ਕੇਵਲ ਚੂਰੀ ਖਾਂਦਾ ਹੈ, ਲੇਕਿਨ ਇੱਥੇ ਬੇਟਾ ਚੂਰੀ ਦੀ ਆਪਸ਼ਨ ਹੀ ਹੈ ਸਾਡੇ ਕੋਲ ਹੈ ਨਹੀਂ। ਸਾਡੇ ਕੋਲ 3 ਆਪਸ਼ਨਾਂ, ਅਸੀਂ ਆਪਣਾ ਜਿਹੜਾ ਆਨਸਰ ਆ ਉਹ ਇਹਨਾਂ ਤਿੰਨਾਂ ਵਿੱਚੋਂ ਹੀ ਦੇਣਾ ਹੈ। ਤਾਂ ਚੂਰੀ ਵਾਲਾ ਆਪਸ਼ਨ ਇੱਥੇ ਨਹੀਂ ਲੱਗੇਗੀ। ਪੌਦਾ, ਮਾਂਸ ਜਾਂ ਮੱਛੀ। ਤਾਂ ਸ਼ਾਬਾਸ਼ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦਾ ਵੀ ਆਨਸਰ ਆਉਂਦਾ ਹੋਵੇਗਾ। ਤੋਤਾ ਕੇਵਲ ਪੌਦੇ ਖਾਂਦਾ ਹੈ। ਤੁਸੀਂ ਦੇਖ ਸਕਦੇ ਹੋ ਮੱਕੀ ਦਾ ਦਾਣਾ
ਜਿਹੜਾ ਹੈਗਾ ਹੈ ਉਹ ਤੋਤਾ ਖਾ ਰਿਹਾ ਹੈ, ਤਾਂ ਇਸ ਲਈ ਤੋਤਾ ਇੱਕ ਸ਼ਾਕਾਹਾਰੀ ਜੀਵ ਹੈ। ਅਗਲੀ ਖਾਲੀ ਥਾਂ ਦੇਖਦੇ ਹਾਂ। ਗਾਂ ਤੋਂ ਸਾਨੂੰ ਡੈਸ਼ ਮਿਲਦਾ ਹੈ। ਇੱਥੇ ਜਿਹੜੀ ਬਲੈਂਕਸ ਆ ਉਹ ਇੱਦਾਂ ਵੀ ਬਣਾਈ ਜਾ ਸਕਦੀ ਸੀ, ਗਾਂ, ਮੱਝ, ਬੱਕਰੀ ਤੋਂ ਸਾਨੂੰ ਡੈਸ਼ ਮਿਲਦਾ ਹੈ, ਅੰਡੇ, ਸਬਜ਼ੀਆਂ ਜਾਂ ਦੁੱਧ। ਸ਼ਾਬਾਸ਼ ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਇਹਦਾ ਵੀ ਆਨਸਰ ਆਉਂਦਾ ਹੋਵੇਗਾ। ਗਾਂ ਤੋਂ ਸਾਨੂੰ ਦੁੱਧ ਮਿਲਦਾ ਹੈ। ਅੱਛਾ ਬੱਚਿਓ, ਅੱਗੇ ਸਾਡੇ ਕੋਲ ਮੈਚਿੰਗ ਹੈਗੀਆਂ ਜੋ ਤੁਹਾਡੇ ਕਿਤਾਬ ਦੇ ਵਿੱਚ ਦਿੱਤੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਅਸੀਂ ਮਤਲਬ ਊੜੇ ਭਾਗ ਨੂੰ ਅਸੀਂ ਐੜੇ ਭਾਗ ਨਾਲ ਮਿਲਾਵਾਂਗੇ। ਸਭ ਤੋਂ ਪਹਿਲਾਂ ਦੇਖੋ, ਦੁੱਧ, ਦਹੀਂ, ਪਨੀਰ ਅਤੇ ਘਿਓ। ਇਹਦੇ ਵਿੱਚ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਪੌਦੇ ਅਤੇ ਪੌਦਿਆਂ ਦੇ ਹਿੱਸੇ ਨੂੰ ਖਾਂਦੇ ਹਨ, ਸਬਜ਼ੀਆਂ ਹਨ, ਸਾਰੇ ਜੀਵਾਂ ਤੋਂ ਪ੍ਰਾਪਤ ਉਤਪਾਦ ਹਨ। ਹਾਂ ਤਾਂ ਬੱਚਿਓ, ਇਹਦਾ ਆਨਸਰ ਆਹੀ ਆਏਗਾ ਕਿ ਸਾਰੇ ਜੀਵਾਂ ਤੋਂ ਪ੍ਰਾਪਤ ਉਤਪਾਦ ਹਨ। ਅਗਲਾ ਹੈ ਪਾਲਕ, ਗੋਭੀ, ਗਾਜਰ। ਪਾਲਕ, ਗੋਭੀ, ਗਾਜਰ, ਹੁਣ ਇਹ ਤਿੰਨ ਆਪਸ਼ਨਾਂ ਆਪਣੇ ਕੋਲ ਬਚ ਗਈਆਂ ਐੜੇ ਦੇ ਵਿੱਚ। ਦੂਜੇ ਜਾਨਵਰ ਨੂੰ ਖਾਂਦੇ ਹਨ, ਪੌਦੇ ਅਤੇ ਪੌਦਿਆਂ ਦੇ ਹਿੱਸੇ ਨੂੰ ਖਾਂਦੇ ਹਨ, ਜਾਂ ਇਹ ਸਬਜ਼ੀਆਂ ਹਨ। ਸ਼ਾਬਾਸ਼ ਬੱਚਿਓ, ਤੁਹਾਨੂੰ ਪਤਾ ਹੈ ਪਾਲਕ, ਗੋਭੀ ਅਤੇ ਗਾਜਰ ਸਬਜ਼ੀਆਂ ਹਨ। ਅਸੀਂ ਇਹਨਾਂ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰਦੇ ਹਾਂ। ਤੀਸਰੀ ਇੱਥੇ ਹੈਗਾ, ਤੀਸਰਾ ਜਿਹੜਾ ਊੜੇ ਭਾਗ ਦੇ ਵਿੱਚ ਹੈਗਾ, ਸ਼ੇਰ, ਚੀਤਾ। ਹੁਣ ਸਾਡੇ ਕੋਲ ਇੱਧਰ ਦੋ ਆਪਸ਼ਨਾਂ ਬਚਦੀਆਂ ਐੜੇ ਦੇ ਵਿੱਚ। ਦੂਜੇ ਜਾਨਵਰ ਨੂੰ ਖਾਂਦੇ ਹਨ, ਪੌਦੇ ਅਤੇ ਪੌਦਿਆਂ ਦੇ ਹਿੱਸੇ ਨੂੰ ਖਾਂਦੇ ਹਨ। ਤਾਂ ਸ਼ੇਰ, ਚੀਤਾ, ਇਹਦਾ ਉਦਾਹਰਨ ਇਹਦੀ ਮੈਚਿੰਗ ਜਿਹੜੀ ਆ, ਮਿਲਾਓ ਇਹਨੂੰ, ਕਿੰਨਾ ਮਿਲਾਉਂਗੇ? ਸ਼ਾਬਾਸ਼ ਬੱਚਿਓ, ਦੂਜੇ ਜਾਨਵਰਾਂ ਨੂੰ ਖਾਂਦੇ ਹਨ। ਤੁਹਾਨੂੰ ਪਤਾ ਸ਼ੇਰ, ਚੀਤਾ ਜਿਹੜਾ ਵਾ ਉਹ ਮਾਸਾਹਾਰੀ ਹੈ। ਦੂਜੇ ਜਾਨਵਰ ਦੇ ਉੱਤੇ ਦੂਜੇ ਜਾਨਵਰ ਦੇ ਮਾਂਸ ਨੂੰ ਆਪਣਾ ਇਹ ਭੋਜਨ ਬਣਾ ਕੇ ਖਾਂਦੇ ਹਨ, ਤਾਂ ਇਹ ਦੂਜੇ ਜਾਨਵਰ ਨੂੰ ਖਾਂਦੇ ਹਨ। ਹੁਣ ਬਚ ਗਿਆ ਇੱਕ ਸ਼ਾਕਾਹਾਰੀ, ਉੱਧਰ ਵੀ ਇੱਕ ਬਚ ਗਿਆ। ਸਾਨੂੰ ਪਤਾ ਉਹਨੂੰ ਉਹਦੇ ਨਾਲ ਅਸੀਂ ਮਿਲਾ ਦੇਵਾਂਗੇ, ਲੇਕਿਨ ਇਹਦੇ ਬਾਰੇ ਵੀ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ। ਸ਼ਾਕਾਹਾਰੀ ਪੌਦੇ ਅਤੇ ਪੌਦਿਆਂ ਦੇ ਹਿੱਸੇ ਨੂੰ ਖਾਂਦੇ ਹਨ। ਤਾਂ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਚੈਪਟਰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਤੇ ਜਿਹੜੀਆਂ ਵੀ ਤੁਹਾਨੂੰ ਅਸਾਈਨਮੈਂਟਸ ਆਪਣੇ ਟੀਚਰਸ ਵੱਲੋਂ ਆ ਰਹੀਆਂ ਨੇ, ਵਟਸਐਪ 'ਤੇ ਮਿਲ ਰਹੀਆਂ ਨੇ ਜਾਂ ਹੋਰ ਸੋਸ਼ਲ ਮੀਡੀਆ ਤੋਂ ਮਿਲ ਰਹੀਆਂ ਨੇ, ਬੇਟਾ ਉਹਨਾਂ ਨੂੰ ਸੋਲਵ ਜ਼ਰੂਰ ਕਰੋ, ਰਿਵਾਈਜ਼ ਕਰੋ। ਘਰ ਰਹੋ, ਸੇਫ ਰਹੋ। ਸ਼ੁਕਰੀਆ।